ਹੈਲੋ, ਵੈਲਕਮ ਯੂ ਆਲ ਇਨ ਮਾਈ ਚੈਨਲ ਕੌਨਸੈਪਟ ਗੁਰੂ AK ਅਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਇਹ ਵੀਡੀਓ +2 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਹੈ। ਲੌਂਗ ਕੁਐਸਚਨ 6 ਮਾਰਕਸ ਵਾਲੇ ਆਪਾਂ ਡਿਸਕਸ ਕਰਨੇ ਆ। ਪਹਿਲੇ 2 ਵੀਡੀਓਜ਼ ਆਪਾਂ ਪਹਿਲਾ, ਦੂਜਾ, ਤੀਜਾ, ਚੌਥਾ ਕੁਐਸਚਨ ਬਣਾ ਚੁੱਕੇ ਹਾਂ। ਅੱਜ 5ਵਾਂ ਅਤੇ 6ਵੇਂ ਕੁਐਸਚਨ ਬਾਰੇ ਗੱਲ ਕਰ ਰਹੇ ਹਾਂ। 5ਵਾਂ ਕੁਐਸਚਨ ਹੈ ਦਬਾਓ ਸਮੂਹ ਕਿਹੜੀਆਂ ਵਿਧੀਆਂ ਅਪਣਾਉਂਦੇ ਹਨ, ਅਤੇ 6ਵਾਂ ਪ੍ਰਸ਼ਨ ਹੈ ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਵਿੱਚ ਕੀ ਅੰਤਰ ਹੈ। ਸੋ ਆਓ ਆਪਾਂ ਡਿਸਕਸ ਕਰੀਏ ਇਹ ਦੋਵੇਂ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਹਿੱਤ ਅਤੇ ਦਬਾਓ ਸਮੂਹ ਦੇ ਕੰਮ ਕਰਨ ਦਾ ਢੰਗ, ਭਾਵ ਉਹ ਕਿਹੜੀਆਂ ਵਿਧੀਆਂ ਅਪਣਾਉਂਦੇ ਹਨ। ਹਿੱਤ ਸਮੂਹ ਅਤੇ ਦਬਾਓ ਸਮੂਹ ਕਿਹੜੀਆਂ ਵਿਧੀਆਂ ਅਪਣਾਉਂਦੇ ਹਨ, ਇਹਦੇ ਬਾਰੇ ਆਪਾਂ ਚਰਚਾ ਕਰਨੀ ਹੈ। ਸੋ ਪਹਿਲੀ ਵਿਧੀ ਜਿਹੜੀ ਅਪਣਾਉਂਦੇ ਆ ਹਿੱਤ ਸਮੂਹ ਅਤੇ ਦਬਾਓ ਸਮੂਹ, ਬੇਨਤੀ ਪੱਤਰ ਭੇਜਣਾ। ਦਬਾਅ ਸਮੂਹ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰੀ ਅਧਿਕਾਰੀਆਂ ਨੂੰ ਜਾਂ ਵਿਧਾਇਕਾਂ ਨੂੰ ਬੇਨਤੀ ਪੱਤਰ ਭੇਜਦੇ ਹਨ ਤਾਂ ਜੋ ਉਹ ਸਰਕਾਰ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾ ਸਕਣ। ਦੂਜਾ, ਚੋਣਾਂ ਵਿੱਚ ਸਮਰਥਨ। ਦਬਾਅ ਸਮੂਹ ਆਪਣੇ ਹਿੱਤਾਂ ਦੀ ਰੱਖਿਆ ਲਈ ਕਈ ਵਾਰ ਰਾਜਨੀਤਿਕ ਪਾਰਟੀਆਂ ਦਾ ਚੋਣਾਂ ਵਿੱਚ ਸਮਰਥਨ ਵੀ ਕਰਦੇ ਹਨ। ਪਾਰਟੀਆਂ ਨੂੰ ਆਰਥਿਕ ਸਹਾਇਤਾ ਵੀ ਪ੍ਰਦਾਨ ਕਰਦੇ ਹਨ ਅਤੇ ਪਾਰਟੀ ਉਮੀਦਵਾਰਾਂ ਜਿੱਤਣ ਉਪਰੰਤ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ। ਅਗਲਾ ਜੀ, ਲੌਬਿੰਗ। ਇਸ ਦਾ ਅਰਥ ਦਬਾਓ ਸਮੂਹ ਦੁਆਰਾ ਆਪਣੇ ਹਿੱਤਾਂ ਦੇ ਪੱਖ ਵਿੱਚ ਸਰਕਾਰੀ ਵਿਭਾਗਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹਨ। ਅਸਲ ਵਿੱਚ ਲੌਬਿੰਗ ਦਾ ਅਰਥ ਸੰਪਰਕ ਕਰਨਾ ਹੁੰਦਾ ਹੈ, ਜੋ ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਦੀਆਂ ਗਤੀਵਿਧੀਆਂ ਅਤੇ ਵੋਟਾਂ ਨੂੰ ਪ੍ਰਭਾਵਿਤ ਕਰਦੇ ਹਨ। ਚੌਥਾ ਪੁਆਇੰਟ ਹੈ ਜੀ, ਚੌਥੀ ਵਿਧੀ ਹੈ ਹੜਤਾਲ, ਬੰਦ, ਰੈਲੀਆਂ ਅਤੇ ਪ੍ਰਦਰਸ਼ਨ। ਦਬਾਓ ਸਮੂਹ ਕਈ ਵਾਰ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲਾਂ, ਰੈਲੀਆਂ ਅਤੇ ਪ੍ਰਦਰਸ਼ਨ ਦਾ ਸਹਾਰਾ ਲੈਂਦੇ ਹਨ ਤਾਂ ਜੋ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚ ਸਕਣ। ਅਦਾਲਤ ਦੀ ਸ਼ਰਨ ਲੈਣਾ। ਕਈ ਵਾਰ ਸੰਸਦ ਅਜਿਹੇ ਕਾਨੂੰਨ ਜਾਂ ਅਧਿਆਦੇਸ਼ ਪਾਸ ਕਰ ਦਿੰਦੀ ਹੈ ਜੋ ਦਬਾਓ ਸਮੂਹਾਂ ਦੇ ਹਿੱਤਾਂ ਲਈ ਨੁਕਸਾਨਦਾਇਕ ਹੁੰਦੇ ਹਨ। ਇਸ ਲਈ ਉਹ ਅਦਾਲਤਾਂ ਦੀ ਸ਼ਰਨ ਲੈਂਦੇ ਹਨ ਤਾਂ ਜੋ ਇਹਨਾਂ ਕਾਨੂੰਨਾਂ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾ ਸਕੇ। ਅਤੇ ਲਾਸਟ ਵਿਧੀ ਆਪਾਂ ਡਿਸਕਸ ਕਰ ਸਕਦੇ ਹਾਂ ਪ੍ਰਚਾਰ ਅਤੇ ਜਨਤਕ ਮੀਡੀਆ। 21ਵੀਂ ਸਦੀ ਮੀਡੀਆ ਅਤੇ ਸੰਚਾਰ ਦੀ ਵਿਧੀ ਹੈ। ਇੰਟਰਨੈੱਟ ਨੇ ਦੁਨੀਆ ਦੇ ਲੋਕਾਂ ਨੂੰ ਦੀ ਮੁੱਠੀ ਵਿੱਚ ਕਰ ਦਿੱਤਾ। ਕਿਤੇ ਕੋਈ ਘਟਨਾ ਵਾਪਰਦੀ ਹੈ, ਝੱਟ ਦੁਨੀਆ ਵਿੱਚ ਫੈਲ ਜਾਂਦੀ ਹੈ। ਸੋ ਦਬਾਓ ਸਮੂਹ ਲੋਕਾਂ ਨੂੰ ਆਪਣੀਆਂ ਨੀਤੀਆਂ ਦੱਸਣ ਲਈ ਪ੍ਰਚਾਰ ਮੀਡੀਆ ਦਾ ਸਹਾਰਾ ਲੈਂਦੇ ਆ। ਸੋ ਇਸ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਰਾਜਨੀਤਿਕ ਦਲ ਅਤੇ ਦਬਾਓ ਸਮੂਹਾਂ ਵਿੱਚ ਅੰਤਰ ਦੀ। ਬੇਟਾ, ਰਾਜਨੀਤਿਕ ਦਲ ਜਿਹੜੇ ਨੇ ਇਹਦਾ ਮੁੱਖ ਉਦੇਸ਼ ਸਰਕਾਰ ਬਣਾਉਣਾ ਹੈ, ਆਪਣੀਆਂ ਨੀਤੀਆਂ ਲਾਗੂ ਕਰਨ ਲਈ ਸਰਕਾਰ 'ਤੇ ਕੰਟਰੋਲ ਕਰਨਾ ਹੈ, ਜਦੋਂ ਕਿ ਰਾਜਨੀਤਿਕ ਦਬਾਓ ਸਮੂਹ ਇੱਦਾਂ ਨਹੀਂ ਕਰਦੇ। ਦੂਜਾ, ਰਾਜਨੀਤਿਕ ਦਲ ਸਾਰੇ ਦੇਸ਼ ਲਈ ਨੀਤੀਆਂ ਬਣਾਉਂਦੇ ਹਨ, ਪਰ ਦਬਾਓ ਸਮੂਹ ਦਾ ਕੰਮ ਆਪਣੇ ਪੇਸ਼ੇ ਜਾਂ ਹਿੱਤਾਂ ਨੂੰ ਸੁਰੱਖਿਅਤ ਕਰਨਾ। ਤੀਜਾ ਅੰਤਰ ਹੈਗਾ ਰਾਜਨੀਤਿਕ ਦਲ ਆਪਣੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਸੰਵਿਧਾਨਕ ਤਰੀਕੇ ਵਰਤਦੇ ਹਨ, ਜਦ ਕਿ ਦਬਾਓ ਸਮੂਹ ਆਪਣੀਆਂ ਮੰਗਾਂ ਮਨਵਾਉਣ ਲਈ ਸੰਵਿਧਾਨਕ ਅਤੇ ਗੈਰ ਸੰਵਿਧਾਨਕ ਸਾਰੇ ਤਰੀਕੇ ਵਰਤੋਂ ਵਿੱਚ ਲਿਆਉਂਦੇ ਨੇ। ਸੋ ਇਹ ਸੀਗਾ ਦਬਾਓ ਸਮੂਹ ਵਾਲਾ ਪ੍ਰਸ਼ਨ। ਅਗਲਾ ਆਪਾਂ ਦੇਖਾਂਗੇ ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਵਿੱਚ ਅੰਤਰ। ਨਿਯੁਕਤੀ ਸੰਬੰਧੀ ਅੰਤਰ, ਯੋਗਤਾ ਸੰਬੰਧੀ ਅੰਤਰ, ਕਾਰਜਕਾਲ ਸੰਬੰਧੀ ਅੰਤਰ, ਭੂਮਿਕਾ ਸੰਬੰਧੀ ਅੰਤਰ, ਜ਼ਿੰਮੇਵਾਰੀ ਸੰਬੰਧੀ ਅੰਤਰ ਅਤੇ ਅਨਾੜੀ ਬਨਾਮ ਮਾਹਿਰ ਸੰਬੰਧੀ ਅੰਤਰ। ਸੋ ਪਹਿਲਾ ਅੰਤਰ ਨਿਯੁਕਤੀ ਸੰਬੰਧੀ ਹੈ। ਸਥਾਈ ਕਾਰਜਪਾਲਿਕਾ ਭਾਵ ਸਰਕਾਰੀ ਕਰਮਚਾਰੀ ਯਾਨੀ ਅਸੈਨਿਕ ਸੇਵਾਵਾਂ, ਇਹਨਾਂ ਦੀ ਨਿਯੁਕਤੀ ਦੇ ਆਧਾਰ ਕੀਤੀ ਜਾਂਦੀ ਹੈ। ਨਿਸ਼ਚਿਤ ਯੋਗਤਾ ਪੂਰੀਆਂ ਕਰਨ ਵਾਲੇ ਉਮੀਦਵਾਰ ਹੀ ਪ੍ਰਤੀਯੋਗਤਾ ਪੇਪਰ ਦੇ ਸਕਦੇ ਹਨ। ਰਾਜਨੀਤਿਕ ਕਾਰਜਪਾਲਿਕਾ ਭਾਵ ਮੰਤਰੀ, ਜੋ ਕਿ ਪ੍ਰਤੱਖ ਜਾਂ ਅਪ੍ਰਤੱਖ ਤਰੀਕੇ ਨਾਲ ਬਾਲਗ ਵੋਟ ਦੇ ਅਧਿਕਾਰ 'ਤੇ ਚੁਣੇ ਜਾਂਦੇ ਹਨ। ਭਾਰਤ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਚੋਣ ਪ੍ਰਤੱਖ ਤਰੀਕੇ ਨਾਲ ਹੁੰਦੀ ਹੈ, ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਤਰੀਕੇ ਨਾਲ ਹੁੰਦੀ ਹੈ। ਦੂਜਾ ਅੰਤਰ ਹੈਗਾ ਜੀ ਯੋਗਤਾ ਸੰਬੰਧੀ ਅੰਤਰ।
ਰਾਜਨੀਤਿਕ ਕਾਰਜਪਾਲਿਕਾ ਦੇ ਮੈਂਬਰਾਂ ਲਈ ਸਧਾਰਨ ਯੋਗਤਾਵਾਂ ਹੁੰਦੀਆਂ ਨੇ, ਜਿਵੇਂ ਉਹ ਦੇਸ਼ ਦਾ ਨਾਗਰਿਕ ਹੋਵੇ, ਉਹਦੀ ਉਮਰ 25 ਜਾਂ 30 ਸਾਲ ਹੋਵੇ, ਉਹ ਸਰਕਾਰੀ ਅਹੁਦੇ 'ਤੇ ਨਾ ਲੱਗਾ ਹੋਵੇ, ਪਾਗਲ ਦੁਆਲੀਆ ਨਾ ਹੋਵੇ। ਪਰ ਸਥਾਈ ਕਰਮਚਾਰੀਆਂ ਲਈ ਵਿਦਿਅਕ ਅਤੇ ਵਿਸ਼ੇਸ਼ ਯੋਗਤਾਵਾਂ ਨਿਸ਼ਚਿਤ ਹੁੰਦੀਆਂ ਨੇ, ਜਿਵੇਂ ਕਿਸੇ ਡਾਕਟਰ ਲਈ 12ਵੀਂ ਮੈਡੀਕਲ ਤੋਂ ਬਾਅਦ MBBS, ਇੰਜੀਨੀਅਰ ਲਈ 12ਵੀਂ ਨਾਨ ਮੈਡੀਕਲ ਅਤੇ ਬਾਅਦ ਵਿੱਚ BTech BE, ਵਕੀਲ ਬਣਨ ਲਈ ਲਾਅ ਦੀ ਡਿਗਰੀ ਜ਼ਰੂਰੀ ਹੈ। ਸੋ ਇਸ ਤਰ੍ਹਾਂ ਯੋਗਤਾਵਾਂ ਅਲੱਗ-ਅਲੱਗ ਹੁੰਦੀਆਂ ਨੇ ਸਥਾਈ ਕਾਰਜਪਾਲਿਕਾ ਅਤੇ ਰਾਜਨੀਤਿਕ ਕਾਰਜਪਾਲਿਕਾ ਵਿੱਚ। ਕਾਰਜਕਾਲ ਵਿੱਚ ਅੰਤਰ। ਰਾਜਨੀਤਿਕ ਕਾਰਜਪਾਲਿਕਾ ਦਾ ਕਾਰਜਕਾਲ ਅਨਿਸ਼ਚਿਤ ਹੁੰਦਾ ਹੈ। ਇਹ 5 ਸਾਲ ਦਾ ਹੁੰਦਾ ਹੈ। ਜੇਕਰ ਸੰਸਦ ਵਿੱਚ ਮੰਤਰੀ ਮੰਡਲ ਵਿਰੁੱਧ ਅਵਿਸ਼ਵਾਸ ਮਤਾ ਪਾਸ ਹੋ ਜਾਏ ਤਾਂ ਸਰਕਾਰ 5 ਸਾਲ ਤੋਂ ਪਹਿਲਾਂ ਵੀ ਗਿਰ ਸਕਦੀ ਹੈ। ਇਸ ਦੇ ਉਲਟ ਸਥਾਈ ਕਾਰਜਪਾਲਿਕਾ ਦਾ ਕਾਰਜਕਾਲ ਨਿਸ਼ਚਿਤ ਹੁੰਦਾ ਹੈ। ਉਹ 58 ਜਾਂ 60 ਸਾਲ ਦੀ ਉਮਰ 'ਤੇ ਰਿਟਾਇਰ ਹੁੰਦੇ ਹਨ। ਇਹਨਾਂ ਦਾ ਕਾਰਜਕਾਲ ਲੰਬਾ ਹੁੰਦਾ ਹੈ। ਜੇਕਰ ਇਹ ਸਰਕਾਰੀ ਸੇਵਾ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਨੂੰ ਸਮੇਂ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਜਾਂ ਰਿਟਾਇਰ ਕੀਤਾ ਜਾ ਸਕਦਾ। ਭੂਮਿਕਾ ਸੰਬੰਧੀ ਅੰਤਰ। ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਵਿੱਚ ਬਹੁਤ ਅੰਤਰ ਹੁੰਦਾ ਹੈ। ਰਾਜਨੀਤਿਕ ਕਾਰਜਪਾਲਿਕਾ ਨੀਤੀਆਂ ਬਣਾਉਣ ਦਾ ਕੰਮ ਕਰਦੀ ਹੈ, ਲੋਕ ਮਤ ਨੂੰ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੀ ਹੈ, ਮੀਡੀਆ ਉੱਪਰ ਆਪਣੇ ਪ੍ਰਭਾਵ ਪਾ ਕੇ ਰੱਖਣ ਦਾ ਯਤਨ ਕਰਦੀ ਹੈ। ਸਥਾਈ ਕਾਰਜਪਾਲਿਕਾ ਨੀਤੀਆਂ ਨੂੰ ਲਾਗੂ ਕਰਨ ਦਾ ਕੰਮ ਕਰਦੀ ਹੈ ਅਤੇ ਉਹ ਲੋਕ ਮਤ ਜਾਂ ਮੀਡੀਆ 'ਤੇ ਕੋਈ ਪ੍ਰਭਾਵ ਪਾਉਣ ਵਾਲਾ ਕੰਮ ਨਹੀਂ ਕਰਦੀ। ਨੈਕਸਟ ਹੈਗਾ ਜ਼ਿੰਮੇਵਾਰੀ ਸੰਬੰਧੀ ਅੰਤਰ। ਰਾਜਨੀਤਿਕ ਕਾਰਜਪਾਲਿਕਾ ਆਪਣੇ ਕੰਮਾਂ, ਨੀਤੀਆਂ ਅਤੇ ਫੈਸਲਿਆਂ ਲਈ ਜਨਤਾ ਸਾਹਮਣੇ ਜ਼ਿੰਮੇਵਾਰ ਹੁੰਦੇ ਨੇ ਜਾਂ ਪ੍ਰਤੱਖ ਤੌਰ 'ਤੇ ਸੰਸਦ ਪ੍ਰਤੀ ਜ਼ਿੰਮੇਵਾਰ ਹਨ। ਪਰ ਸਥਾਈ ਕਾਰਜਪਾਲਿਕਾ ਦੇ ਮੈਂਬਰ ਸੰਸਦ ਜਾਂ ਜਨਤਾ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦੇ। ਅਨਾੜੀ ਬਨਾਮ ਮਾਹਿਰ ਸੰਬੰਧੀ ਅੰਤਰ। ਰਾਜਨੀਤਿਕ ਕਾਰਜਪਾਲਿਕਾ ਦੇ ਮੈਂਬਰ ਆਪਣੇ ਕੰਮਾਂ ਵਿੱਚ ਮਾਹਿਰ ਨਹੀਂ ਹੁੰਦੇ। ਉਹਨਾਂ ਨੂੰ ਆਪਣੇ ਵਿਭਾਗਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਉਹਨਾਂ ਲਈ ਕੋਈ ਵਿਦਿਅਕ ਯੋਗਤਾ ਨਿਸ਼ਚਿਤ ਨਹੀਂ ਹੁੰਦੀ ਅਤੇ ਨਾ ਹੀ ਉਹਨਾਂ ਨੂੰ ਕੋਈ ਸਿਖਲਾਈ ਦਿੱਤੀ ਜਾਂਦੀ ਹੈ। ਪਰ ਇਸ ਦੇ ਉਲਟ ਸਥਾਈ ਕਾਰਜਪਾਲਿਕਾ ਦੇ ਮੈਂਬਰ ਆਪਣੇ ਕੰਮਾਂ ਵਿੱਚ ਬਹੁਤ ਨਿਪੁੰਨ ਹੁੰਦੇ ਨੇ ਅਤੇ ਮਾਹਿਰ ਹੁੰਦੇ ਨੇ। ਉਹਨਾਂ ਨੂੰ ਆਪਣੇ ਵਿਭਾਗਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ ਅਤੇ ਉਹ ਇੱਕ ਨਿਸ਼ਚਿਤ ਯੋਗਤਾ ਉਹਨਾਂ ਕੋਲ ਹੁੰਦੀ ਹੈ। ਸੋ ਬੇਟਾ ਇਹ ਸੀਗੇ ਅੰਤਰ ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਵਿੱਚ। ਸੋ ਮੈਨੂੰ ਆਸ ਹੈ ਕਿ ਅੱਜ ਦੇ ਦੋਵੇਂ ਪ੍ਰਸ਼ਨ ਤੁਹਾਡੇ ਲਈ ਸਹਾਇਕ ਹੋਣਗੇ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਯਾਦ ਰੱਖੋ +1 +2 ਅਤੇ BA ਫਸਟ ਈਅਰ ਦੀਆਂ ਕਲਾਸਾਂ ਲਈ ਅਤੇ ਲਾਈਵ ਕਲਾਸਾਂ ਲਈ ਕੌਨਸੈਪਟ ਗੁਰੂ AK ਚੈਨਲ ਪੋਲੀਟੀਕਲ ਸਾਇੰਸ ਵਿਸ਼ੇ ਦਾ ਹੈ। ਥੈਂਕ ਯੂ ਵੈਰੀ ਮਚ। ਸ਼ੁਕਰੀਆ। ਕੀਪ ਵਾਚਿੰਗ ਐਂਡ ਸ਼ੇਅਰਿੰਗ ਮਾਈ ਵੀਡੀਓਜ਼। ਥੈਂਕ ਯੂ।